ਬਠਿੰਡੇ ਦਾ ਇਹ ਕਿਲ੍ਹਾ ਮੁਬਾਰਕ ਇਤਿਹਾਸ ਦੀ ਤਾਕਤ ਨੂੰ ਦਿਖਾਉਂਦਾ ਹੈ। ਇਸ ਦੇ ਉੱਚੇ ਤੇ ਚੌੜੇ ਬੁਰਜ ਦੱਸਦੇ ਨੇ ਕਿ ਇਤਿਹਾਸ ਵਿੱਚ ਇਸ ਕਿਲ੍ਹੇ ਦੀ ਕਿੰਨੀ ਮਜ਼ਬੂਤੀ ਸੀ। ਇਹ ਕਿਲ੍ਹਾ ਐਵੇਂ ਹੀ ਕਈ ਸਦੀਆਂ ਤੱਕ ਟਿਕਿਆ ਨਹੀਂ ਰਿਹਾ। ਇਸ ਦੀ ਬੁਨਿਆਦ ਬੇਹੱਦ ਮਜ਼ਬੂਤ ਰਹੀ ਹੈ। ਪੁਰਾਤੱਤਵ ਵਿਭਾਗ ਵੱਲੋਂ ਲਾਈ ਗਈ ਇਸ ਤਖ਼ਤੀ ਤੇ ਕਿਲ੍ਹੇ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਹ ਜੋ ਤੁਸੀਂ ਦੇਖ ਰਹੇ ਹੋ, ਇਹ ਹੈ ਕਿਲ੍ਹੇ ਦੀ ਦਿਉੜੀ, ਜਿਸ ਰਾਹੀਂ ਕਿਲ੍ਹੇ ਵਿੱਚ ਦਾਖਲ ਹੋ ਸਕਦੇ ਹਾਂ। ਇਸ ਦੇ ਸੱਜੇ ਤੇ ਖੱਬੇ ਪਾਸੇ ਕੁਝ ਪੁਰਾਣੇ ਕਮਰੇ ਨੇ, ਜਿਨ੍ਹਾਂ ਦੀ ਹਾਲਤ ਖਸਤਾ ਜ਼ਰੂਰ ਹੈ, ਪਰ ਇਤਿਹਾਸਕ ਮਹੱਤਤਾ ਬੜੀ ਡੂੰਘੀ ਹੈ। ਇਹ ਦਿਉੜੀ ਕੋਈ 100 ਫੁੱਟ ਲੰਮੀ ਹੈ। ਕਿਲ੍ਹੇ ਵਿੱਚ ਦਾਖਲ ਹੁੰਦਿਆਂ ਹੀ ਖੱਬੇ ਪਾਸੇ ਉੱਚੇ ਬੁਰਜ ਦਿਖਾਈ ਦਿੰਦੇ ਨੇ। ਕਿਲ੍ਹੇ ਵਿੱਚ ਦਾਖਲ ਹੁੰਦਿਆਂ ਹੀ ਤੁਸੀਂ ਮਹਿਸੂਸ ਕਰ ਸਕਦੇ ਹੋ ਇਸ ਕਿਲ੍ਹੇ ਦੀ ਵਿਸ਼ਾਲਤਾ ਨੂੰ। ਇਸ ਦੇ ਚੌੜੇ ਰਾਹ, ਆਸ-ਪਾਸ ਖੁੱਲ੍ਹਾ ਆਸਮਾਨ ਤੇ ਦੂਰ ਤੱਕ ਦਿਖਦੀਆਂ ਇਸ ਦੀਆਂ ਉੱਚੀਆਂ ਕੰਧਾਂ ਤੁਹਾਨੂੰ ਇਹ ਮਹਿਸੂਸ ਕਰਾਉਣਗੀਆਂ ਕਿ ਕਿਲ੍ਹਾ ਮੁਬਾਰਕ ਦਾ ਇਤਿਹਾਸ ਕਿੰਨਾ ਅਮੀਰ ਹੈ। ਜਦੋਂ ਅਸੀਂ ਇਸ ਰਾਹ ਤੇ ਚੱਲਦੇ ਹਾਂ ਤਾਂ ਸਾਨੂੰ ਮਹਿਸੂਸ ਹੁੰਦਾ ਹੈ ਕਿ ਕਦੇ ਇੱਥੇ ਹਜ਼ਾਰਾਂ ਤੇ ਲੱਖਾਂ ਦੀਆਂ ਫੌਜਾਂ ਹਥਿਆਰਾਂ ਸਮੇਤ ਇੱਥੇ ਖੜ੍ਹਦੀਆਂ ਹੋਣਗੀਆਂ। ਕਿਵੇਂ ਉਹ ਆਪਣੇ ਬਾਦਸ਼ਾਹ ਦੇ ਹੁਕਮ ਨੂੰ ਮੰਨ ਕੇ ਇੱਥੋਂ ਰਵਾਨਾ ਹੋ ਕੇ ਆਸ-ਪਾਸ ਦੇ ਬਹੁਤ ਵੱਡੇ ਇਲਾਕੇ ਤੇ ਆਪਣਾ ਰਸੂਖ ਰੱਖਦੀਆਂ ਹੋਣਗੀਆਂ। ਇਹ ਜਿਹੜੀਆਂ ਤੁਸੀਂ ਆਲੇ ਦੁਆਲੇ ਕੰਧਾਂ ਦੇਖ ਰਹੇ ਹੋ, ਇਹ ਸਦੀਆਂ ਪਹਿਲਾਂ ਬਣੀਆਂ ਨੇ, ਪਰ ਅਜੇ ਤੱਕ ਇਹਨਾਂ ਦੀ ਮਜ਼ਬੂਤੀ, ਇਹਨਾਂ ਦੀ ਬਨਾਵਟ ਇੰਨ ਬਿੰਨ ਬਣੀ ਹੋਈ ਹੈ। ਕਿਲ੍ਹੇ ਦਾ ਚਾਰ ਚੁਫੇਰਾ ਇੰਨਾ ਵਿਸ਼ਾਲ ਹੈ ਕਿ ਜੇ ਤੁਸੀਂ ਇੱਕ ਨੁੱਕਰੇ ਖੜੇ ਹੋਵੋ ਤਾਂ ਦੂਸਰੀ ਨੁੱਕਰ ਤੱਕ ਤੁਸੀਂ ਕਿਸੇ ਨੂੰ ਪਛਾਣ ਨਹੀਂ ਸਕਦੇ। ਇੱਥੇ ਹੋਰ ਵੀ ਅੰਦਰ ਕਈ ਛੋਟੀਆਂ-ਛੋਟੀਆਂ ਇਮਾਰਤਾਂ ਬਣੀਆਂ ਹੋਈਆਂ ਨੇ, ਪਰ ਆਮ ਲੋਕਾਂ ਨੂੰ ਉੱਥੇ ਤੱਕ ਜਾਣ ਦੀ ਮਨਾਹੀ ਹੈ, ਕਿਉਂਕਿ ਕਿਲ੍ਹੇ ਦੀਆਂ ਬਹੁਤੀਆਂ ਵਸਤਾਂ ਪੁਰਾਤੱਤਵ ਵਿਭਾਗ ਵੱਲੋਂ ਸਾਂਭੀਆਂ ਗਈਆਂ ਨੇ ਅਤੇ ਹਰੇਕ ਨੂੰ ਉੱਥੇ ਤੱਕ ਪਹੁੰਚਣ ਦੀ ਇਜਾਜ਼ਤ ਨਹੀਂ ਹੈ। ਕਿਲ੍ਹੇ ਵਿੱਚ ਕਈ ਥਾਈਂ ਸਾਈਨ ਬੋਰਡਾਂ ਰਾਹੀਂ ਆਉਣ ਵਾਲੇ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਇਸ ਪਾਸੇ ਵੱਲ ਅੱਗੇ ਨਹੀਂ ਜਾਇਆ ਜਾ ਸਕਦਾ। ਸੋ ਇਸ ਲਈ ਅਸੀਂ ਵੀ ਕਈ ਸੀਮਤ ਹੱਦਾਂ ਦੇ ਵਿੱਚ ਰਹਿ ਕੇ ਇਸ ਵੀਡੀਓ ਦਾ ਫਿਲਮਾਂਕਣ ਕਰ ਰਹੇ ਹਾਂ, ਪਰ ਸਾਡੀ ਕੋਸ਼ਿਸ਼ ਹੈ ਕਿ ਤੁਹਾਨੂੰ ਕਿਲ੍ਹੇ ਦੇ ਹਰ ਇੱਕ ਪੱਖ, ਹਰ ਇੱਕ ਪਹਿਲੂ ਤੋਂ ਜਾਣੂ ਕਰਾਂ। ਮੰਨਿਆ ਜਾਂਦਾ ਹੈ ਕਿ ਰਾਓ ਭੱਟੀ ਨੇ 3 ਸਦੀ ਵਿੱਚ ਲੱਖੀ ਜੰਗਲ ਖੇਤਰ ਵਿੱਚ ਆਧੁਨਿਕ ਕਸਬਾ ਬਠਿੰਡਾ ਵਸਾਇਆ ਸੀ। ਬਾਲਾ ਰਾਓ ਭੱਟੀ ਵੱਲੋਂ 965 ਈਸਵੀ ਵਿੱਚ ਵਸਾਏ ਗਏ ਇਸ ਸ਼ਹਿਰ ਦਾ ਨਾਂ ਭੱਟੀ ਵਿੰਦਾ ਸੀ।
ਜੋ ਕਿ ਉਸਦੇ ਉਪ ਨਾਂ ਤੇ ਰੱਖਿਆ ਗਿਆ ਸੀ। ਇਸ ਕਸਬੇ ਨੂੰ ਬਾਅਦ ਵਿੱਚ ਭੱਟੀ ਕੋਲੋਂ ਬਰਾੜਾ ਨੇ ਖੋਹ ਲਿਆ। ਇਹ ਸ਼ਹਿਰ ਰਾਜਾ ਜੈਪਾਲ ਦੀ ਰਾਜਧਾਨੀ ਵੀ ਰਿਹਾ। ਬਾਅਦ ਵਿੱਚ ਸ਼ਹਿਰ ਦਾ ਨਾਮ ਬਦਲ ਕੇ ਭਟਿੰਡਾ ਕਰ ਦਿੱਤਾ ਗਿਆ, ਜਿਸ ਨੂੰ ਅੱਜ ਕੱਲ੍ਹ ਬਠਿੰਡੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ। 1004 ਈਸਵੀ ਵਿੱਚ ਗਜਨੀ ਦੇ ਮਹਿਮੂਦ ਨੇ ਸਥਾਨਕ ਕਿਲੇ ਨੂੰ ਘੇਰ ਲਿਆ, ਜੋ ਉੱਤਰ ਪੱਛਮ ਤੋਂ ਕੇਂਦਰੀ ਹਿੰਦੁਸਤਾਨ ਨੂੰ ਜਾਂਦੇ ਰਸਤੇ ਤੇ ਸਥਿਤ ਹੈ। ਇਸ ਰਸਤੇ ਨੂੰ ਤਾਬਰੇ ਹਿੰਦ ਵੀ ਕਿਹਾ ਜਾਂਦਾ ਸੀ। 1199 ਵਿੱਚ ਮੁਹੰਮਦ ਗੌਰੀ ਨੇ ਬਠਿੰਡੇ ਦੇ ਕਿਲੇ ਤੇ ਹਮਲਾ ਕਰਕੇ ਕਬਜ਼ਾ ਕਰ ਲਿਆ। ਇਸ ਖੇਤਰ ਦੇ ਸ਼ਾਸਕ ਪ੍ਰਿਥਵੀ ਰਾਜ ਚੌਹਾਨ ਨੇ 13 ਮਹੀਨਿਆਂ ਬਾਅਦ 1191 ਵਿੱਚ ਇੱਕ ਵੱਡੀ ਜੰਗ ਤੋਂ ਬਾਅਦ ਕਿਲੇ ਤੇ ਮੁੜ ਕਬਜ਼ਾ ਕੀਤਾ। ਭਾਰਤ ਦੀ ਪਹਿਲੀ ਮਹਿਲਾ ਸ਼ਾਸਕ ਰਜ਼ੀਆ ਸੁਲਤਾਨਾ ਨੂੰ ਅਪ੍ਰੈਲ 1240 ਵਿੱਚ ਬਠਿੰਡਾ ਦੇ ਇਸੇ ਕਿਲੇ ਵਿੱਚ ਕੈਦ ਕੀਤਾ ਗਿਆ ਸੀ। ਸਥਾਨਕ ਗਵਰਨਰ ਅਲਤੂਨੀਆ ਨੇ ਉਸੇ ਸਾਲ ਅਗਸਤ ਵਿੱਚ ਸੁਲਤਾਨਾ ਨਾਲ ਵਿਆਹ ਕਰਾਇਆ। ਵਿਆਹ ਕਰਾਉਣ ਤੋਂ ਬਾਅਦ ਅਲਤੂਨੀਆ ਤੇ ਰਜ਼ੀਆ ਦਿੱਲੀ ਵੱਲ ਨੂੰ ਜਾ ਰਹੇ ਸਨ, ਜਦੋਂ 13 ਅਕਤੂਬਰ ਨੂੰ ਕੈਥਲ ਨੇੜੇ ਲੁਟੇਰਿਆਂ ਨੇ ਉਹਨਾਂ ਦਾ ਕਤਲ ਕਰ ਦਿੱਤਾ। ਲੋਧੀ ਰਾਜ ਦੇ ਦੌਰਾਨ ਸਿੱਧੂਆਂ ਨੂੰ ਤੇ ਬਰਾੜਾ ਨੂੰ ਬਠਿੰਡੇ ਚੋਂ ਬਾਹਰ ਕੱਢ ਦਿੱਤਾ ਗਿਆ ਸੀ, ਪਰ ਬਾਬਰ ਦੁਆਰਾ ਇਸ ਖੇਤਰ ਨੂੰ ਮੁੜ ਬਹਾਲ ਕਰ ਦਿੱਤਾ ਗਿਆ। ਕੁਝ ਸਾਲਾਂ ਬਾਅਦ ਰੂਪਚੰਦ ਪੰਜਾਬ ਦੇ ਇਤਿਹਾਸ ਦੇ ਦ੍ਰਿਸ਼ ਵਿੱਚ ਆਉਂਦਾ ਹੈ। ਰੂਪਚੰਦ ਦੇ ਦੂਜੇ ਪੁੱਤਰ ਫੂਲ ਨੇ ਲੱਖੀ ਜੰਗਲ ਦੇ ਇਲਾਕੇ ਵਿੱਚ ਆਮ ਲੋਕਾਂ ਲਈ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਅਤੇ 1654 ਦੇ ਆਸ-ਪਾਸ ਇੱਕ ਕਿਲਾ ਬਣਵਾਇਆ। ਕਿਲਾ ਮੁਬਾਰਕ ਨੂੰ ਰਾਸ਼ਟਰੀ ਮਹੱਤਵ ਦੇ ਸਮਾਰਕ ਵਜੋਂ ਮਾਨਤਾ ਪ੍ਰਾਪਤ ਹੈ ਅਤੇ ਭਾਰਤੀ ਪੁਰਾਤੱਤਵ ਸਰਵੇਖਣ ਦੁਆਰਾ ਸੰਭਾਲਿਆ ਜਾਂਦਾ ਹੈ। ਇਹ ਆਪਣੇ ਮੌਜੂਦਾ ਸਥਾਨ ਤੇ 1100 ਈਸਵੀ ਤੋਂ ਹੋਂਦ ਵਿੱਚ ਹੈ ਅਤੇ ਭਾਰਤ ਦਾ ਸਭ ਤੋਂ ਪੁਰਾਣਾ ਬਚਿਆ ਹੋਇਆ ਕਿਲਾ ਹੈ। ਇਸ ਕਿਲੇ ਦੀਆਂ ਇੱਟਾਂ ਕੁਸ਼ਾਨ ਕਾਲ ਦੀਆਂ ਨੇ, ਜਦੋਂ ਸਮਰਾਟ ਕਨਿਸ਼ਕ ਨੇ ਉੱਤਰੀ ਭਾਰਤ ਉੱਤੇ ਰਾਜ ਕੀਤਾ ਸੀ। ਮੰਨਿਆ ਜਾਂਦਾ ਹੈ ਕਿ ਰਾਜਾ ਦੇਵ ਨੇ ਸਮਰਾਟ ਕਨਿਸ਼ਕ ਦੇ ਨਾਲ ਇਹ ਕਿਲਾ ਬਣਵਾਇਆ ਸੀ। ਜਦੋਂ ਬਾਬਰ ਪਹਿਲੀ ਵਾਰ ਭਾਰਤ ਆਇਆ ਸੀ ਤਾਂ ਉਹ ਇੱਥੇ ਕੁਝ ਤੋਪਾਂ ਲੈ ਕੇ ਆਇਆ। ਉਹਨਾਂ ਵਿੱਚੋਂ 4 ਤੋਪਾਂ ਅਜੇ ਵੀ ਕਿਲੇ ਵਿੱਚ ਮੌਜੂਦ ਨੇ। ਪੁਰਾਤੱਤਵ ਵਿਭਾਗ ਦੇ ਮੁਤਾਬਕ ਇਹ ਤੋਪਾਂ ਚਾਂਦੀ, ਸੋਨੇ, ਤਾਂਬੇ ਤੇ ਲੋਹੇ ਦੇ ਮਿਸ਼ਰਣ ਤੋਂ ਬਣੀਆਂ ਨੇ। ਇੰਪੀਰੀਅਲ ਗਜ਼ਟੀਅਰ ਵਿੱਚ ਕਿਲਾ ਮੁਬਾਰਕ ਵਿੱਚ 36 ਬੁਰਜਾਂ ਦਾ ਜ਼ਿਕਰ ਮਿਲਦਾ ਹੈ, ਜਿਨ੍ਹਾਂ ਦੀ ਉਚਾਈ 118 ਫੁੱਟ ਦੇ ਆਸ-ਪਾਸ ਹੈ। ਕਿਲੇ ਦਾ ਦਰਵਾਜ਼ਾ ਵੀ ਬਹੁਤ ਪੁਰਾਣਾ ਹੈ, ਜਿਸ ਤੇ ਸੁਰੱਖਿਆ ਲਈ ਲੋਹੇ ਦੇ ਮੋٹے ਕਿੱਲ ਲਗਾਏ ਗਏ ਨੇ। ਕਿਲਾ ਮੁਬਾਰਕ ਸਿੱਖ ਆਸਥਾ ਨਾਲ ਵੀ ਜੁੜਿਆ ਹੋਇਆ ਹੈ, ਜਿਸ ਨੂੰ ਗੁਰੂ ਨਾਨਕ ਦੇਵ ਜੀ, ਗੁਰੂ ਤੇਗ ਬਹਾਦਰ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੈ। ਕਿਲੇ ਦੇ ਦਾਖਲੇ ਤੇ ਇੱਕ ਬੁਰਜ ਉੱਪਰ ਗੁਰਦੁਆਰਾ ਸਾਹਿਬ ਵੀ ਸੁਸ਼ੋਭਿਤ ਹੈ,
ਜੋ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਦੱਸਿਆ ਜਾਂਦਾ ਹੈ। ਗੁਰੂ ਜੀ ਦੇ ਇਸ ਕਿਲੇ ਵਿੱਚ ਆਉਣ ਤੋਂ ਬਾਅਦ ਕਿਲੇ ਨੂੰ ਗੋਬਿੰਦਗੜ੍ਹ ਕਿਲੇ ਦਾ ਨਾਮ ਦਿੱਤਾ ਗਿਆ। ਕਿਲੇ ਵਿੱਚ ਦਾਖਲ ਹੋਣ ਸਮੇਂ ਡਿਓਢੀ ਨੂੰ ਲੰਘਦਿਆਂ ਹੀ ਖੱਬੇ ਪਾਸੇ ਗੁਰਦੁਆਰਾ 10ਵੀਂ ਪਾਤਸ਼ਾਹੀ ਹੈ, ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੁੰਦੀਆਂ ਨੇ। ਵਰਤਮਾਨ ਵਿੱਚ ਭਾਰਤੀ ਪੁਰਾਤੱਤਵ ਸਰਵੇਖਣ ਇਸ ਕਿਲੇ ਦੀ ਦੇਖ-ਰੇਖ ਕਰ ਰਿਹਾ ਹੈ ਅਤੇ ਇਸ ਦੀ ਮੁਰੰਮਤ ਦਾ ਜ਼ਿੰਮਾ ਵੀ ਪੁਰਾਤੱਤਵ ਸਰਵੇਖਣ ਕੋਲ ਹੀ ਹੈ। ਉਮੀਦ ਕਰਦੇ ਹਾਂ ਕਿ ਸਾਡੀ ਅੱਜ ਦੀ ਇਹ ਦਸਤਾਵੇਜ਼ੀ ਫਿਲਮ ਤੁਹਾਨੂੰ ਪਸੰਦ ਆਈ ਹੋਵੇਗੀ। ਤੁਹਾਡੇ ਲਾਈਕ ਤੇ ਸ਼ੇਅਰ ਸਾਨੂੰ ਅੱਗੇ ਤੋਂ ਇਹੋ ਜਿਹੀਆਂ ਇਤਿਹਾਸਕ ਇਮਾਰਤਾਂ ਦੇ ਕੁਝ ਵੀਡੀਓ ਤੁਹਾਡੇ ਸਾਹਮਣੇ ਲਿਆਉਣ ਲਈ ਪ੍ਰੇਰਿਤ ਕਰਦੇ ਰਹਿਣਗੇ। ਸੋ ਇਸ ਲਈ ਸਾਡੇ ਪੇਜ ਦਾ ਹੈਰੀਟੇਜ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ।